ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਕੀੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ तमाम ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਹਫ਼ਤਾ ਭਰ ਕੈਨੇਡਾ ਵਿੱਚ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟੀਆਰ 2 ਪੀਆਰ ਪ੍ਰੋਗਰਾਮ ਬਾਰੇ ਜਾਣਕਾਰੀ। 40,000 ਤੋਂ ਵੱਧ ਅਰਜ਼ੀਆਂ ਪ੍ਰੋਸੈਸਿੰਗ ਅਧੀਨ। 2 ਮਿਲੀਅਨ ਤੋਂ ਵੱਧ ਲੋਕਾਂ ਨੂੰ ਫਾਈਲਾਂ ਦੇ ਫੈਸਲੇ ਦਾ ਇੰਤਜ਼ਾਰ। ਫਾਈਲਾਂ ਦੇ ਬੈਕਲੌਗ ਵਿੱਚ ਹੋਇਆ ਵਾਧਾ। ਯੂਐਸ ਤੋਂ ਕੈਨੇਡਾ ਆ ਰਹੇ ਸ਼ਰਨਾਰਥੀ ਕਿਊਬੈਕ ਸਰਕਾਰ ਨੂੰ ਪਈ ਚਿੰਤਾ। ਏਅਰਪੋਰਟ ਤੇ ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ। ਟਰਾਂਸਪੋਰਟ ਮੰਤਰੀ ਨੇ ਦਿੱਤਾ ਬਿਆਨ। ਇਮੀਗ੍ਰੇਸ਼ਨ ਵਿੱਚ ਦੇਰੀ ਦਾ ਕਾਰਨ ਆਇਆ ਸਾਹਮਣੇ। ਜਾਣੋ ਕਿਉਂ ਨਹੀਂ ਲੱਗ ਰਿਹਾ ਛੇਤੀ ਵੀਜ਼ਾ। ਟੀਆਰ 2 ਪੀਆਰ ਪ੍ਰੋਗਰਾਮ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਕਈ ਫਾਈਲਾਂ ਉੱਪਰ ਜਲਦ ਫੈਸਲਾ ਸੁਣਾਇਆ ਜਾਏਗਾ। ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 40,000 ਦੇ ਕਰੀਬ ਅਰਜ਼ੀਆਂ ਇਸ ਸਮੇਂ ਪ੍ਰੋਸੈਸਿੰਗ ਅਧੀਨ ਹਨ। ਟੀਆਰ 2 ਪੀਆਰ ਪ੍ਰੋਗਰਾਮ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਜਾ ਰਿਹਾ ਕਿ ਮੌਜੂਦਾ ਸਮੇਂ ਕਿੰਨੀਆਂ ਫਾਈਲਾਂ ਉੱਪਰ ਇਸ ਸਮੇਂ ਪ੍ਰੋਸੈਸਿੰਗ ਹੋ ਰਹੀ ਹੈ। ਟੀਆਰ 2 ਪੀਆਰ ਪ੍ਰੋਗਰਾਮ ਅਧੀਨ ਦੱਸਿਆ ਗਿਆ ਕਿ 40,000 ਤੋਂ ਵੱਧ ਅਰਜ਼ੀਆਂ ਇਸ ਸਮੇਂ ਪ੍ਰੋਸੈਸਿੰਗ ਅਧੀਨ ਹਨ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ 90,000 ਵਿਅਕਤੀਆਂ ਨੂੰ ਪਰਮਾਨੈਂਟ ਕਰਨ ਵਾਸਤੇ ਚਲਾਏ ਗਏ ਪ੍ਰੋਗਰਾਮ ਟੀਆਰ 2 ਪੀਆਰ ਨੂੰ ਬੰਦ ਹੋਏ ਨੂੰ ਭਾਵੇਂ 6 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਵੀ ਬਹੁਤ ਸਾਰੀਆਂ ਅਰਜ਼ੀਆਂ ਅਜਿਹੀਆਂ ਹਨ ਜਿਨ੍ਹਾਂ ਉੱਪਰ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ 40,000 ਤੋਂ ਵੱਧ ਅਰਜ਼ੀਆਂ ਇਸ ਸਮੇਂ ਪ੍ਰੋਸੈਸਿੰਗ ਅਧੀਨ ਹਨ। ਜਾਣਕਾਰੀ ਮੁਤਾਬਕ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪਿਛਲੇ ਸਾਲ 6 ਮਈ ਨੂੰ ਟੀਆਰ 2 ਪੀਆਰ ਪ੍ਰੋਗਰਾਮ ਲਿਆਂਦਾ ਗਿਆ, ਜਿਸ ਤਹਿਤ ਸਿਹਤ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਦੇ ਕਈ ਵਿਅਕਤੀਆਂ ਨੂੰ ਕੈਨੇਡਾ ਵਿੱਚ ਪੀਆਰ ਹਾਸਲ ਕਰਨ ਦੇ ਵਾਸਤੇ ਮੌਕਾ ਦਿੱਤਾ ਗਿਆ। ਕੈਨੇਡਾ ਸਰਕਾਰ ਵੱਲੋਂ ਐਕਸਪ੍ਰੈਸ ਐਂਟਰੀ ਦੇ ਵੱਡੇ ਡਰਾਅ ਕਾਫੀ ਸਮੇਂ ਲਈ ਬੰਦ ਕਰ ਦਿੱਤੇ ਗਏ ਤੇ ਉਨ੍ਹਾਂ ਵੱਲੋਂ ਨਵੇਂ ਕੁਝ ਪ੍ਰੋਗਰਾਮ ਲਿਆਂਦੇ ਗਏ ਸਨ। ਕੈਨੇਡਾ ਵਿੱਚ ਰਹਿੰਦੇ 90,000 ਵਿਅਕਤੀਆਂ ਨੂੰ ਪੀਆਰ ਦੇਣ ਦਾ ਟੀਚਾ ਤੈਅ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਅੱਗੇ ਕੁਝ ਕੈਟੇਗਰੀ ਸਨ। ਕੈਨੇਡਾ ਵਿੱਚੋਂ ਪੜ੍ਹਾਈ ਪੂਰੀ ਕਰ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ 40,000 ਅਰਜ਼ੀਆਂ ਦੀ ਇੱਥੇ ਕਪੈਸਿਟੀ ਤੈਅ ਕੀਤੀ ਗਈ ਸੀ, ਜੋ ਕਿ ਕੁਝ ਦਿਨਾਂ ਅੰਦਰ ਹੀ ਭਰ ਗਈ। ਇਸ ਤੋਂ ਇਲਾਵਾ ਵੱਖ-ਵੱਖ ਹੋਰ ਕੈਟੇਗਰੀਜ਼ ਵਿੱਚ ਵੀ ਟਾਰਗੇਟ ਤੈਅ ਕੀਤਾ ਗਿਆ ਸੀ ਕਿ ਇੰਨੀਆਂ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਸ ਮੁਤਾਬਕ ਪ੍ਰੋਗਰਾਮ ਅਧੀਨ 93,651 ਬਿਨੇਕਾਰਾਂ ਨੇ ਪੀਆਰ ਲਈ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ ਫਿਲਹਾਲ 40,155 ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ। ਜਾਣਕਾਰੀ ਮੁਤਾਬਕ 850 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 5,134 ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੀਆਂ ਅਰਜ਼ੀਆਂ ਨੂੰ ਵਾਪਸ ਲੈ ਲਿਆ। ਲੰਬੇ ਸਮੇਂ ਤੋਂ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਟੀਆਰ 2 ਪੀਆਰ ਪ੍ਰੋਗਰਾਮ ਸੰਬੰਧੀ ਜਿਨ੍ਹਾਂ ਨੇ ਆਪਣੀਆਂ ਅਰਜ਼ੀਆਂ ਲਗਾਈਆਂ ਉਹਨਾਂ ਉੱਪਰ ਜਲਦ ਫੈਸਲਾ ਆ ਜਾਵੇ, ਪਰ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਰਜ਼ੀਆਂ ਦੇ ਲਈ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਤਾਂ ਕਿ ਜਲਦ ਤੋਂ ਜਲਦ ਇਸ ਉੱਤੇ ਆਪਣਾ ਫੈਸਲਾ ਸੁਣਾਇਆ ਜਾ ਸਕੇ। ਹੁਣ ਤਾਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ ਜਲਦ ਹੀ ਉਨ੍ਹਾਂ ਵੱਲੋਂ ਵੱਡੇ ਡਰਾਅ ਕੱਢੇ ਜਾਣਗੇ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਪਿਛਲੇ ਦਿਨੀ ਜਾਣਕਾਰੀ ਦਿੱਤੀ ਗਈ। ਫਾਈਲਾਂ ਦੇ ਬੈਕਲੌਗ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਨ੍ਹਾਂ ਦੱਸਿਆ ਕਿ 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਆਪਣੀਆਂ ਫਾਈਲਾਂ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਵੱਲੋਂ ਫਾਈਲਾਂ ਦੇ ਬੈਕਲੌਗ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਫਾਈਲਾਂ ਦਾ ਬੈਕਲੌਗ 2.1 ਮਿਲੀਅਨ ਦੇ ਕਰੀਬ ਪਹੁੰਚ ਗਿਆ। IRCC ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਸਮੇਂ 2.1 ਮਿਲੀਅਨ ਲੋਕ ਅਜਿਹੇ ਨੇ ਜਿਹੜੇ ਫਾਈਲਾਂ ਦੇ ਉੱਪਰ ਫੈਸਲੇ ਸੰਬੰਧੀ ਇੰਤਜ਼ਾਰ ਕਰ ਰਹੇ ਨੇ। ਵਿਭਾਗ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਸ ਮੁਤਾਬਕ 30 ਅਪ੍ਰੈਲ ਤੋਂ 2 ਮਈ 2022 ਤੱਕ 2.1 ਮਿਲੀਅਨ ਲੋਕ ਫਾਈਲਾਂ ਦੇ ਬੈਕਲੌਗ ਦਾ ਇੰਤਜ਼ਾਰ ਕਰ ਰਹੇ ਹਨ। 11 ਅਪ੍ਰੈਲ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਦੀ ਗਿਣਤੀ 20,31,599 ਦੱਸੀ ਗਈ। 15 ਮਾਰਚ 18,44,424, 1 ਫਰਵਰੀ 18,15,628, 15 ਦਸੰਬਰ 18,13,144, 27 ਅਕਤੂਬਰ 17,92,404, 6 ਜੁਲਾਈ 14,47,474 ਲੋਕਾਂ ਦੇ ਬੈਕਲੌਗ ਬਾਰੇ ਜਾਣਕਾਰੀ ਦਿੱਤੀ ਗਈ ਸੀ। ਦੱਸਿਆ ਗਿਆ ਹੈ ਕਿ 18 ਦਿਨਾਂ ਵਿੱਚ ਹੀ ਫਾਈਲਾਂ ਦਾ ਬੈਕਲੌਗ 98,796 ਦੇ ਕਰੀਬ ਵੱਧ ਗਿਆ। ਵੱਖ-ਵੱਖ ਕੈਟੇਗਰੀਜ਼ ਦੇ ਵਿੱਚ ਕਿੰਨਾ ਬੈਕਲੌਗ ਹੈ, ਇਹ ਵੀ IRCC ਵੱਲੋਂ ਦੱਸਿਆ ਗਿਆ। ਪਹਿਲਾਂ ਪੀਆਰ ਸੰਬੰਧੀ 5,29,681 ਲੋਕ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ, ਜਦਕਿ ਹੁਣ ਇਹ ਗਿਣਤੀ 5,30,269 ਦੱਸੀ ਗਈ। ਟੀਆਰ ਸੰਬੰਧੀ 11,02,375 ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਇਹ ਹੁਣ ਗਿਣਤੀ 12,791 ਉੱਪਰ ਪਹੁੰਚ ਗਈ। ਸਿਟੀਜ਼ਨਸ਼ਿਪ ਸੰਬੰਧੀ ਪਹਿਲਾਂ 3,99,583 ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਦਕਿ ਹੁਣ ਇਹ ਗਿਣਤੀ 3,99,325 ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ IRCC ਵਿਭਾਗ ਵੱਲੋਂ ਪਹਿਲਾਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਫਾਈਲਾਂ ਦਾ ਬੈਕਲੌਗ ਉਹਨਾਂ ਕੋਲ ਇਕੱਠਾ ਹੋ ਚੁੱਕਿਆ ਹੈ, ਜਿਸ ਨੂੰ ਸੁਲਝਾਉਣ ਵਾਸਤੇ ਵਿਭਾਗ ਵੱਲੋਂ ਕਈ ਕਦਮ ਵੀ ਚੁੱਕੇ ਜਾ ਰਹੇ ਨੇ। ਦੱਸ ਦਈਏ ਕਿ IRCC ਵਿਭਾਗ ਵੱਲੋਂ ਵੱਡੇ ਡਰਾਅ ਬੰਦ ਕਰ ਦਿੱਤੇ ਗਏ।
ਉਹ ਚਾਹੁੰਦੇ ਸਨ ਕਿ ਪਹਿਲਾਂ ਜਿਹੜਾ ਫਾਈਲਾਂ ਦਾ ਬੈਕਲੌਗ ਇਕੱਠਾ ਹੋਇਆ ਹੈ ਉਸ ਨੂੰ ਨਿਪਟਾ ਲਿਆ ਜਾਵੇ ਤੇ ਤਾਜ਼ਾ ਜਾਣਕਾਰੀ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਸੀ ਕਿ ਜਲਦ ਹੀ ਮੁੜ ਤੋਂ ਵੱਡੇ ਡਰਾਅ ਕੱਢੇ ਜਾਣਗੇ। ਹੁਣ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਗਿਆ। ਹੁਣ ਦੇਖਣਾ ਹੋਵੇਗਾ ਕਿ IRCC ਆਉਣ ਵਾਲੇ ਸਮੇਂ ਵਿੱਚ ਇਸ ਦਾ ਹੱਲ ਕਿਵੇਂ ਅਤੇ ਕਿਸ ਤਰ੍ਹਾਂ ਕੱਢਦਾ ਹੈ। US ਤੋਂ ਕੈਨੇਡਾ ਵਿੱਚ ਸ਼ਰਨਾਰਥੀ ਆ ਰਹੇ ਹਨ। ਇਸ ਨੂੰ ਲੈ ਕੇ ਕਿਊਬੈਕ ਸਰਕਾਰ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਕਿਊਬੈਕ ਦੇ ਪ੍ਰੀਮੀਅਰ ਕਹਿੰਦੇ ਨੇ ਕਿ ਜਿਸ ਰਸਤੇ ਸ਼ਰਨਾਰਥੀ ਆਉਂਦੇ ਨੇ ਉਸ ਨੂੰ ਬੰਦ ਕਰ ਦਿੱਤਾ ਜਾਵੇ। US ਤੋਂ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਤੋਂ ਕਿਊਬੈਕ ਸਰਕਾਰ ਹੁਣ ਚਿੰਤਾ ਵਿੱਚ ਹੈ। ਦਰਅਸਲ ਬਹੁਤ ਸਾਰੇ ਸ਼ਰਨਾਰਥੀ US ਤੋਂ ਕੈਨੇਡਾ ਵਿੱਚ ਦਾਖਲ ਹੋ ਰਹੇ ਨੇ, ਜਿਸ ਤੋਂ ਬਾਅਦ ਕਿਊਬੈਕ ਸਰਕਾਰ ਨੂੰ ਹੁਣ ਕਾਫੀ ਜ਼ਿਆਦਾ ਚਿੰਤਾ ਹੈ। ਹੁਣ ਇਸ ਸਭ ਤੋਂ ਬਾਅਦ ਕਿਊਬੈਕ ਸਰਕਾਰ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮੌਂਟਰੀਅਲ ਦੇ ਦੱਖਣ ਵਾਲੇ ਇੱਕ ਜੰਗਲੀ ਸਰਹੱਦ ਨੂੰ ਬੰਦ ਕੀਤਾ ਜਾਵੇ। ਇਸ ਬਾਰੇ ਕਿਊਬੈਕ ਦੇ ਪ੍ਰੀਮੀਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਹਰ ਰੋਜ਼ 100 ਤੋਂ ਵੱਧ ਸ਼ਰਨਾਰਥੀ ਇਸ ਰਸਤੇ ਰਾਹੀਂ US ਤੋਂ ਕਿਊਬੈਕ ਵਿੱਚ ਦਾਖਲ ਹੋ ਰਹੇ ਹਨ। ਇਸ ਅਣਅਧਿਕਾਰਕ ਬਾਰਡਰ ਕ੍ਰਾਸਿੰਗ ਨੂੰ ਮਾਰਚ 2020 ਦੌਰਾਨ ਕੋਵਿਡ ਪੈਂਡੈਮਿਕ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਸੀ, ਪਰ ਪਿਛਲੇ ਨਵੰਬਰ ਵਿੱਚ ਇਸ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ। ਦੱਸੀਏ ਕਿ 2004 ਦੌਰਾਨ ਕੈਨੇਡਾ ਯੂਨਾਈਟਿਡ ਸਟੇਟਸ ਸੇਫ ਥਰਡ ਕੰਟਰੀ ਐਗਰੀਮੈਂਟ ਦੇ ਤਹਿਤ ਜੋ ਸ਼ਰਨਾਰਥੀ ਦਾਅਵੇਦਾਰ ਕਿਸੇ ਅਧਿਕਾਰਤ ਪੋਰਟ ਆਫ ਐਂਟਰੀ ਤੋਂ ਬਿਨਾਂ ਕਿਸੇ ਹੋਰ ਰਸਤੇ ਰਾਹੀਂ ਕੈਨੇਡਾ ਵਿੱਚ ਦਾਖਲ ਹੁੰਦੇ ਹਨ, ਉਹਨਾਂ ਨੂੰ ਤੁਰੰਤ US ਵਿੱਚ ਵਾਪਸ ਭੇਜਿਆ ਨਹੀਂ ਜਾ ਸਕਦਾ। ਪ੍ਰੀਮੀਅਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਸ਼ਰਨਾਰਥੀਆਂ ਦੇ ਦਾਅਵੇ ਦੇ ਸੰਬੰਧ ਵਿੱਚ ਫੈਸਲਾ ਸੁਣਾਉਣ ਵਾਸਤੇ 14 ਮਹੀਨੇ ਲੱਗਦੇ ਹਨ ਤੇ ਇਸ ਦੌਰਾਨ ਕਿਊਬੈਕ ਸਰਕਾਰ ਨੂੰ ਸ਼ਰਨਾਰਥੀਆਂ ਲਈ ਘਰ ਅਤੇ ਉਹਨਾਂ ਦੇ ਬੱਚਿਆਂ ਵਾਸਤੇ ਸਕੂਲੀ ਸਿੱਖਿਆ ਮੁਹੱਈਆ ਕਰਵਾਉਣੀ ਪੈਂਦੀ ਹੈ, ਜਿਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਚਿੰਤਾ ਹੈ। ਹੁਣ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਰਸਤੇ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕਿ ਇੱਥੇ ਸ਼ਰਨਾਰਥੀਆਂ ਦੀ ਜ਼ਿਆਦਾ ਐਂਟਰੀ ਨਾ ਹੋ ਸਕੇ। ਕੈਨੇਡਾ ਵਿੱਚ ਬਹੁਤ ਸਾਰੇ ਕੈਨੇਡੀਅਨਸ ਅਜਿਹੇ ਨੇ ਜਿਹੜੇ ਯਾਤਰਾ ਤਾਂ ਕਰਨਾ ਚਾਹੁੰਦੇ ਨੇ, ਪਰ ਹੁਣ ਉਹਨਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪੈ ਰਹੀ ਹੈ। ਇਸ ਦਾ ਕੀ ਕਾਰਨ ਹੈ, ਇਹ ਵੀ ਸਾਹਮਣੇ ਆਇਆ। ਦਰਅਸਲ ਪਾਸਪੋਰਟ ਦਫ਼ਤਰ ਦੇ ਬਾਹਰ ਹੁਣ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਬਹੁਤ ਸਾਰੇ ਕੈਨੇਡੀਅਨਸ ਵੱਲੋਂ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਵਾਸਤੇ ਅਰਜ਼ੀ ਦਿੱਤੀ ਗਈ, ਕਿਉਂਕਿ ਅਜੇ ਇਸ ਸੰਬੰਧੀ ਜਲਦ ਫੈਸਲਾ ਨਹੀਂ ਆ ਰਿਹਾ, ਇਸ ਕਰਕੇ ਯਾਤਰਾ ਰੱਦ ਕੀਤੀ ਜਾ ਰਹੀ ਹੈ। ਕਈ ਕੈਨੇਡਾ ਵਾਸੀ ਆਪਣੀ ਯਾਤਰਾ ਰੱਦ ਕਰਨ ਲਈ ਮਜਬੂਰ ਹਨ। ਇਸ ਦਾ ਕੀ ਕਾਰਨ ਹੈ, ਇਹ ਵੀ ਸਾਹਮਣੇ ਆਇਆ। ਦਰਅਸਲ ਪਾਸਪੋਰਟ ਦਫ਼ਤਰ ਦੇ ਬਾਹਰ ਜੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਕੈਨੇਡੀਅਨਸ ਨੂੰ ਪਾਸਪੋਰਟ ਹਾਸਲ ਕਰਨ ਵਾਸਤੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਕਾਰਨ ਹੁਣ ਉਹਨਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪੈ ਰਹੀ ਹੈ। ਇਸ ਪਰੇਸ਼ਾਨੀ ਕਾਰਨ ਕੈਨੇਡੀਅਨਸ ਕਾਫੀ ਜ਼ਿਆਦਾ ਦੁਖੀ ਵੀ ਨਜ਼ਰ ਆ ਰਹੇ ਨੇ। ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਪਾਸਪੋਰਟ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਤਾਂ ਕਿ ਉਹਨਾਂ ਦੇ ਪਾਸਪੋਰਟ ਨੂੰ ਰੀਨਿਊ ਕੀਤਾ ਜਾ ਸਕੇ। ਦੂਜੇ ਪਾਸੇ ਪਾਸਪੋਰਟ ਦਫ਼ਤਰ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 1 ਅਪ੍ਰੈਲ 2020 ਤੋਂ ਲੈ ਕੇ 31 ਮਾਰਚ 2021 ਦੌਰਾਨ ਉਹਨਾਂ ਵੱਲੋਂ 3,63,000 ਪਾਸਪੋਰਟ ਇਸ਼ੂ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਇਹਨਾਂ ਵਿੱਚ 1.3 ਮਿਲੀਅਨ ਦੀ ਵੱਧ ਗਿਣਤੀ ਦਰਜ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਸਰਵਿਸ ਕੈਨੇਡਾ ਨੂੰ ਰੋਜ਼ਾਨਾ ਵੱਧ ਗਿਣਤੀ ਕਾਲਸ ਨਾਲ ਡੀਲ ਕਰਨਾ ਪੈ ਰਿਹਾ ਹੈ। ਰੋਜ਼ਾਨਾ ਉਹਨਾਂ ਨੂੰ ਪਾਸਪੋਰਟ ਸੰਬੰਧੀ 2 ਲੱਖ ਕਾਲਸ ਆ ਰਹੀਆਂ ਹਨ, ਜਦਕਿ ਪੈਂਡੈਮਿਕ ਤੋਂ ਪਹਿਲਾਂ ਇਹਨਾਂ ਦੀ ਗਿਣਤੀ 5000 ਦੱਸੀ ਜਾ ਰਹੀ ਹੈ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪਾਸਪੋਰਟ ਰੀਨਿਊ ਕਰਵਾਉਣ ਦੇ ਵਿੱਚ ਜਿਹੜਾ ਸਮਾਂ ਲੱਗ ਰਿਹਾ ਹੈ, ਇਸ ਪ੍ਰੋਸੈਸਿੰਗ ਡੀਲੇ ਦੇ ਕਾਰਨ ਵੀ ਹੁਣ ਕਈਆਂ ਵੱਲੋਂ ਆਪਣੀ ਯਾਤਰਾ ਦੀ ਯੋਜਨਾ ਅੱਗੇ ਪਾਈ ਜਾ ਰਹੀ ਹੈ ਜਾਂ ਫਿਰ ਉਹਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 에ਅਰਪੋਰਟ ਉੱਪਰ ਵੀ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਯਾਤਰਾ ਪਾਬੰਦੀਆਂ ਵਿੱਚ ਢਿੱਲਤਾ ਦੇ ਦਿੱਤੀ ਗਈ, ਪਰ 에ਅਰਪੋਰਟਸ ਉੱਪਰ ਅਜੇ ਵੀ ਸਟਾਫ ਦੀ ਕਮੀ ਹੈ। ਸਟਾਫ ਦੀ ਕਮੀ ਹੋਣ ਦੇ ਕਾਰਨ ਯਾਤਰੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ, ਜਿੱਥੇ ਉਹਨਾਂ ਨੂੰ 에ਅਰਪੋਰਟ ਦੇ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। 에ਅਰਪੋਰਟ ਵੀ ਲਗਾਤਾਰ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ। ਪਿਛਲੇ ਦਿਨੀ ਟਰਾਂਸਪੋਰਟ ਮੰਤਰੀ ਵੱਲੋਂ ਵੀ ਇਸ ਬਾਰੇ ਆਪਣਾ ਬਿਆਨ ਜਾਰੀ ਕੀਤਾ ਗਿਆ ਸੀ, ਜਿੱਥੇ ਉਹਨਾਂ ਦੱਸਿਆ ਸੀ ਕਿ ਸਟਾਫ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਲਦ ਹੀ ਇਸ ਸਮੱਸਿਆ ਦਾ ਵੀ ਹੱਲ ਕੱਢ ਲਿਆ ਜਾਵੇਗਾ। 에ਅਰਪੋਰਟ ਵੱਲੋਂ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਹੀ 에ਅਰਪੋਰਟ ਆਉਣ ਤਾਂ ਕਿ ਉਹਨਾਂ ਨੂੰ ਯਾਤਰਾ ਸੰਬੰਧੀ ਕੋਈ ਵੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਇਮੀਗ੍ਰੇਸ਼ਨ ਦੇ ਪ੍ਰੋਸੈਸ ਵਿੱਚ ਤੇਜ਼ੀ ਆ ਰਹੀ ਹੈ। ਬਹੁਤ ਸਾਰੇ ਲੋਕਾਂ ਨੂੰ ਫਾਈਲਾਂ ਦੇ ਵਾਸਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਵੀਜ਼ੇ ਛੇਤੀ ਨਹੀਂ ਲੱਗ ਰਹੇ। ਇਸ ਦਾ ਕੀ ਕਾਰਨ ਹੈ, ਇਹ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਹਫ਼ਤੇ ਦੱਸਿਆ ਗਿਆ। ਉਹਨਾਂ ਨੇ ਦੱਸਿਆ ਕਿ ਜੋ ਉਹਨਾਂ ਵੱਲੋਂ ਯੂਕਰੇਨ ਵਾਸਤੇ ਸਪੈਸ਼ਲ ਪ੍ਰੋਗਰਾਮ ਚਲਾਇਆ ਗਿਆ, ਇਸ ਕਾਰਨ ਇਮੀਗ੍ਰੇਸ਼ਨ ਪ੍ਰੋਸੈਸ ਵਿੱਚ ਦੇਰੀ ਹੋ ਰਹੀ ਹੈ। ਕਈਆਂ ਵੱਲੋਂ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕਈਆਂ ਨੂੰ ਆਪਣੀ ਫਾਈਲ ਲਗਾਇਆ 2 ਸਾਲ ਜਾਂ ਫਿਰ ਇਸ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਉਹਨਾਂ ਦੀ ਫਾਈਲ ਤੇ ਫੈਸਲਾ ਨਹੀਂ ਆ ਰਿਹਾ।
ਵਿਭਾਗ ਇਸ ਪਿੱਛੇ ਸਮੇਂ-ਸਮੇਂ ਤੇ ਕਈ ਕਾਰਨ ਸਾਂਝੇ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਹੁਣ ਪ੍ਰੋਸੈਸਿੰਗ ਦੇ ਸਮੇਂ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪ੍ਰੋਸੈਸਿੰਗ ਦੇ ਸਮੇਂ ਨੂੰ ਆਮ ਵਾਂਗ ਕਦੋਂ ਕੀਤਾ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ 2023 ਤੱਕ ਪ੍ਰੋਸੈਸਿੰਗ ਸਟੈਂਡਰਡਸ ਆਮ ਵਾਂਗ ਹੋ ਜਾਣਗੇ। ਦਰਅਸਲ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਮੇਟੀ ਦੀ ਨਵੀਂ ਸਟੱਡੀ ਜੋ ਕਿ IRCC ਦੀ ਐਪਲੀਕੇਸ਼ਨ ਬੈਕਲੌਗ ਅਤੇ ਪ੍ਰੋਸੈਸਿੰਗ ਸਮੇਂ ਨੂੰ ਲੈ ਕੇ ਹੈ, ਇਸ ਵਿੱਚ ਹਿੱਸਾ ਲਿਆ ਗਿਆ। ਪਿਛਲੇ ਦਿਨੀ IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 2.1 ਮਿਲੀਅਨ ਦੇ ਕਰੀਬ ਐਪਲੀਕੈਂਟਸ ਅਜਿਹੇ ਨੇ ਜਿਹੜੇ ਇੰਤਜ਼ਾਰ ਕਰ ਰਹੇ ਹਨ ਕਿ ਉਹਨਾਂ ਦੀਆਂ ਫਾਈਲਾਂ ਉੱਪਰ ਕਦੋਂ ਫੈਸਲਾ ਆਵੇ। ਉਨ੍ਹਾਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਪਹਿਲਾਂ ਦੇ ਮੁਕਾਬਲੇ ਬੈਕਲੌਗ ਵਿੱਚ ਵਾਧਾ ਹੋਇਆ ਹੈ। ਇਸ ਦੇ ਪਿੱਛੇ ਕਾਰਨ ਕੀ ਹੈ, ਇਹ ਵੀ ਉਨ੍ਹਾਂ ਵੱਲੋਂ ਦੱਸਿਆ ਗਿਆ। ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜੋ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ ਫਾਰ ਐਮਰਜੈਂਸੀ ਟਰੈਵਲ ਚਲਾਇਆ ਗਿਆ, ਉਸ ਕਾਰਨ ਹੁਣ ਫਾਈਲਾਂ ਦਾ ਬੈਕਲੌਗ ਜਮ੍ਹਾਂ ਹੋ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਕਮੇਟੀ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ IRCC ਵੱਲੋਂ ਟੀਚਾ ਤੈਅ ਕੀਤਾ ਗਿਆ ਹੈ ਕਿ ਉਹ ਜਲਦ ਤੋਂ ਜਲਦ ਪ੍ਰੋਸੈਸਿੰਗ ਸਮੇਂ ਤੇ ਵਾਪਸ ਆ ਜਾਣ, ਜੋ ਕਿ ਪਹਿਲਾਂ ਲੱਗਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਹ ਆਮ ਵਾਂਗ 2023 ਤੱਕ ਹੋ ਜਾਵੇਗਾ। ਹੁਣ IRCC ਵਿਭਾਗ ਵੱਲੋਂ ਪ੍ਰੋਸੈਸਿੰਗ ਸਮੇਂ ਵਿੱਚ ਤੇਜ਼ੀ ਲਿਆਉਣ ਸੰਬੰਧੀ ਕਈ ਕਦਮ ਚੁੱਕੇ ਜਾ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ 1000 ਦੇ ਕਰੀਬ ਨਵੇਂ ਕਰਮਚਾਰੀਆਂ ਨੂੰ ਭਰਤੀ ਕੀਤਾ ਗਿਆ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਸਿਸਟਮ ਨੂੰ ਮਾਡਰਨਾਈਜ਼ ਕਰਨ ਸੰਬੰਧੀ ਵੀ ਉਨ੍ਹਾਂ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਬਜਟ ਅੰਦਰ ਵੀ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ $127 ਮਿਲੀਅਨ ਰੱਖੇ ਗਏ ਸਨ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਵੀ ਕੁਝ ਬਦਲਾਵ ਕੀਤੇ ਜਾਣਗੇ। ਇਸ ਹਫ਼ਤੇ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। PNP ਸਪੈਸੀਫਿਕ ਡਰਾਅ ਵਿੱਚ 500 ਤੋਂ ਵੱਧ ਇਨਵੀਟੇਸ਼ਨ ਦਿੱਤੇ ਗਏ। ਦੱਸ ਦਈਏ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਦੇ ਡਰਾਅ ਵਿੱਚ ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਇਸ ਵਾਰ ਜਿਹੜਾ ਡਰਾਅ ਕੱਢਿਆ ਗਿਆ, ਉਸ ਵਿੱਚ ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਇਸ PNP ਸਪੈਸੀਫਿਕ ਜ਼ਰੀਏ 545 ਨੂੰ ਸੱਦੇ ਦਿੱਤੇ ਗਏ ਹਨ। ਇਸ ਡਰਾਅ ਦਾ ਐਲਾਨ 11 ਮਈ ਨੂੰ ਕੀਤਾ ਗਿਆ, ਜਿੱਥੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਨੇ। ਇਨ੍ਹਾਂ ਉਮੀਦਵਾਰਾਂ ਕੋਲ ਘੱਟੋ-ਘੱਟ 753 ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਹੋਣੇ ਜ਼ਰੂਰੀ ਸਨ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਤੋਂ ਪਹਿਲਾਂ ਜਿਹੜਾ ਡਰਾਅ ਕੱਢਿਆ ਗਿਆ, ਉਸ ਵਿੱਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 829 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਉਸ ਵੇਲੇ ਸਕੋਰ ਰਿਕੁਆਇਰਮੈਂਟ 772 ਦੀ ਸੀ। ਇਸ ਤੋਂ ਪਹਿਲਾਂ ਜਿਹੜੇ ਡਰਾਅ ਕੱਢੇ ਗਏ ਸਨ, ਉਸ ਵਿੱਚ 1000 ਤੋਂ ਵੱਧ ਇਨਵੀਟੇਸ਼ਨ ਦਿੱਤੇ ਜਾ ਰਹੇ ਸਨ, ਪਰ ਇਸ ਵਾਰ ਦੇ ਤਾਜ਼ਾ ਡਰਾਅ ਵਿੱਚ ਘੱਟ ਉਮੀਦਵਾਰਾਂ ਨੂੰ ਹੀ ਸੱਦੇ ਹਾਸਲ ਹੋਏ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ 22 ਅਪ੍ਰੈਲ ਦੌਰਾਨ ਐਲਾਨ ਕਰ ਦਿੱਤਾ ਕਿ ਵੱਡੇ ਡਰਾਅ ਜੁਲਾਈ ਮਹੀਨੇ ਤੋਂ ਕੱਢੇ ਜਾਣਗੇ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਐਲਾਨ ਕਰਨ ਦੀ ਸ਼ੁਰੂਆਤ ਜੁਲਾਈ ਮਹੀਨੇ ਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੋਰੋਨਾ ਪੈਂਡੈਮਿਕ ਦੌਰਾਨ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹਨਾਂ ਵੱਡੇ ਡਰਾਅ ਐਲਾਨ ਕਰਨ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ, ਪਰ ਹੁਣ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਵਿਭਾਗ ਵੱਲੋਂ ਲਗਾਤਾਰ ਬੈਕਲੌਗ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਪਹਿਲਾਂ ਦੇ ਮੁਕਾਬਲੇ ਬੈਕਲੌਗ ਵੱਧ ਹੋਣ ਬਾਰੇ ਵੀ ਵਿਭਾਗ ਵੱਲੋਂ ਪਿਛਲੇ ਦਿਨੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਜਿਹੜਾ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਟਾਰਗੇਟ ਰੱਖਿਆ ਗਿਆ, ਉਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਸਾਲ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। 2024 ਤੱਕ IRCC ਵੱਲੋਂ ਟੀਚਾ ਰੱਖਿਆ ਗਿਆ ਹੈ ਕਿ ਐਕਸਪ੍ਰੈਸ ਐਂਟਰੀ ਜ਼ਰੀਏ 1,10,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਹ ਟਾਰਗੇਟ ਕਿਵੇਂ ਪੂਰਾ ਕਰਦਾ ਹੈ, ਕਿਉਂਕਿ ਪਿਛਲੇ ਦਿਨੀ ਉਹਨਾਂ ਵੱਲੋਂ ਬੈਕਲੌਗ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਅਸਾਈਲਮ ਸੀਕਰਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਸ ਰਸਤੇ US ਤੋਂ ਕੈਨੇਡਾ ਵਿੱਚ ਸ਼ਰਨਾਰਥੀ ਦਾਖਲ ਹੁੰਦੇ ਨੇ, ਉਸ ਨੂੰ ਬੰਦ ਕੀਤਾ ਜਾਵੇ, ਪਰ ਟਰੂਡੋ ਕਹਿੰਦੇ ਨੇ ਜੇ ਇਹ ਰਸਤਾ ਬੰਦ ਵੀ ਕਰ ਦਿੱਤਾ ਤਾਂ ਫਿਰ ਸ਼ਰਨਾਰਥੀ ਕਿਸੇ ਹੋਰ ਰਸਤੇ ਆਉਣਗੇ, ਇਹ ਆਮਦ ਘੱਟ ਨਹੀਂ ਹੋਵੇਗੀ। ਸ਼ਰਨਾਰਥੀਆਂ ਵਾਸਤੇ ਕੈਨੇਡਾ ਵੱਲੋਂ ਬਾਰਡਰ ਬੰਦ ਨਹੀਂ ਕੀਤਾ ਜਾਵੇਗਾ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਕਿਹਾ ਕਿ ਜੇਕਰ ਬਾਰਡਰ ਬੰਦ ਵੀ ਕਰ ਦਿੱਤਾ ਗਿਆ ਤਾਂ ਕੈਨੇਡਾ ਵਿੱਚ ਆਉਣ ਵਾਲੇ ਸ਼ਰਨਾਰਥੀ ਘੱਟ ਨਹੀਂ ਹੋਣਗੇ। ਦਰਅਸਲ ਕਿਊਬੈਕ ਸਰਕਾਰ ਵੱਲੋਂ ਪਿਛਲੇ ਦਿਨੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ US ਤੋਂ ਕੈਨੇਡਾ ਵਿੱਚ ਬਾਰਡਰ ਰਾਹੀਂ ਸ਼ਰਨਾਰਥੀ ਦਾਖਲ ਹੋ ਰਹੇ ਨੇ। ਉਹਨਾਂ ਵੱਲੋਂ ਇਹ ਲਾਂਘਾ ਬੰਦ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਨੇ ਕਿ ਜੇਕਰ ਇਸ ਬਾਰਡਰ ਨੂੰ ਬੰਦ ਵੀ ਕਰ ਦਿੱਤਾ ਗਿਆ ਤਾਂ ਅਸਾਈਲਮ ਸੀਕਰਸ ਦੀ ਗਿਣਤੀ ਘੱਟ ਨਹੀਂ ਹੋਵੇਗੀ। ਟਰੂਡੋ ਨੇ ਕਿਹਾ ਕਿ ਜੇਕਰ ਅਸੀਂ ਇਹ ਬਾਰਡਰ ਬੰਦ ਕਰ ਦਿੱਤਾ ਤਾਂ ਅਸਾਈਲਮ ਸੀਕਰਸ ਕਿਸੇ ਹੋਰ ਸਰਹੱਦ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਹੱਦ ਕਾਫੀ ਵੱਡੀ ਹੈ ਜਿਸ ਨੂੰ ਅਸੀਂ ਬੰਦ ਨਹੀਂ ਕਰ ਸਕਦੇ। ਜਾਣਕਾਰੀ ਲਈ ਦੱਸ ਦਈਏ ਕਿ ਕਿਊਬਿਕ ਦੇ ਪ੍ਰੀਮੀਅਰ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਾਰਡਰ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਰਿਫਿਊਜੀ ਕਲੇਮ ਦੀਆਂ ਅਰਜ਼ੀਆਂ ਪ੍ਰੋਸੈਸ ਵਿੱਚ ਹਨ ਤੇ ਪ੍ਰੋਵਿੰਸ ਕੋਲ ਇਸ ਸੰਬੰਧੀ ਹੋਰ ਜਗ੍ਹਾ ਨਹੀਂ ਹੈ। ਪ੍ਰੀਮੀਅਰ ਨੇ ਕਿਹਾ ਸੀ ਕਿ ਕਿਊਬਿਕ ਵਿੱਚ ਰੋਜ਼ਾਨਾ 100 ਸ਼ਰਨਾਰਥੀ ਇਸ ਬਾਰਡਰ ਰਾਹੀਂ ਦਾਖਲ ਹੁੰਦੇ ਨੇ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਰਿਫਿਊਜੀ ਕਲੇਮ ਦਾ ਅਧਿਐਨ ਕਰਨ ਵਾਸਤੇ 14 ਮਹੀਨੇ ਦਾ ਸਮਾਂ ਲਗਾਉਂਦੀ ਹੈ। ਇਸ ਦੌਰਾਨ ਸ਼ਰਨਾਰਥੀਆਂ ਦੀ ਸਾਂਭ ਸੰਭਾਲ ਕਿਊਬਿਕ ਦੀ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸੇਫ ਥਰਡ ਕੰਟਰੀ ਐਗਰੀਮੈਂਟ ਵਿੱਚ ਬਦਲਾਵ ਕਰਨ ਸੰਬੰਧੀ ਯੂਐਸ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਜਾਣਕਾਰੀ ਲਈ ਦੱਸ ਦਈਏ ਕਿ 2004 ਵਿੱਚ ਹੋਏ ਇਸ ਇਕਰਾਰਨਾਮੇ ਅਧੀਨ ਜਿਹੜੇ ਸ਼ਰਨਾਰਥੀ ਦਾਅਵੇਦਾਰ ਯੂਐਸ ਦਾਖਲ ਹੁੰਦੇ ਨੇ ਉਨ੍ਹਾਂ ਨੂੰ ਯੂਐਸ ਵਿੱਚ ਰਿਫਿਊਜੀ ਸਟੇਟਸ ਕਲੇਮ ਕਰਨਾ ਜ਼ਰੂਰੀ ਹੈ ਤੇ ਜੋ ਅਧਿਕਾਰਤ ਬਾਰਡਰ ਕ੍ਰਾਸਿੰਗ ਰਾਹੀਂ ਕੈਨੇਡਾ ਦਾਖਲ ਹੁੰਦੇ ਨੇ ਉਨ੍ਹਾਂ ਨੂੰ ਯੂਐਸ ਵਾਪਸ ਭੇਜਿਆ ਜਾ ਸਕਦਾ ਹੈ। ਪਰ ਜੇ ਸ਼ਰਨਾਰਥੀ ਦਾਅਵੇਦਾਰ ਅਣਅਧਿਕਾਰਤ ਬਾਰਡਰ ਕ੍ਰਾਸਿੰਗ ਰਾਹੀਂ ਇੱਕ ਵਾਰ ਕੈਨੇਡਾ ਪਹੁੰਚ ਜਾਂਦੇ ਨੇ ਤਾਂ ਉਹ ਇੱਥੇ ਰਿਫਿਊਜੀ ਕਲੇਮ ਫਾਈਲ ਕਰ ਸਕਦੇ ਨੇ। ਟਰੂਡੋ ਦੇ ਦੱਸਣ ਮੁਤਾਬਕ ਯੂਐਸ ਨਾਲ ਇਸ ਸੰਬੰਧੀ ਜੋ ਗੱਲਬਾਤ ਚੱਲ ਰਹੀ ਹੈ ਉਹ ਸਹੀ ਦਿਸ਼ਾ ਵੱਲ ਵਧ ਰਹੀ ਹੈ, ਪਰ ਉਨ੍ਹਾਂ ਇਹ ਵੀ ਕਿਹਾ ਕਿ ਇਹ ਮੁੱਦੇ ਅਮਰੀਕਾ ਲਈ ਕਾਫੀ ਨਾਜ਼ੁਕ ਨੇ ਕਿਉਂਕਿ ਉਹ ਕਿਸੇ ਵੀ ਤਬਦੀਲੀ ਦੇ ਮੈਕਸੀਕੋ ਨਾਲ ਲੱਗਦੇ ਬਾਰਡਰ ਤੇ ਪੈਣ ਵਾਲੇ ਸੰਭਾਵੀ ਪ੍ਰਭਾਵ ਬਾਰੇ ਚਿੰਤਾ ਵਿੱਚ ਨੇ। ਜੁਲਾਈ ਮਹੀਨੇ ਦੌਰਾਨ ਪੌਪ ਕੈਨੇਡਾ ਦੌਰੇ ਉੱਪਰ ਆਉਣਗੇ। ਉਹਨਾਂ ਦੇ ਦੌਰੇ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਕਿੰਨੇ ਸਮੇਂ ਤੱਕ ਉਹ ਕੈਨੇਡਾ ਵਿੱਚ ਰਹਿਣ ਵਾਲੇ ਨੇ। ਪੌਪ ਫ੍ਰਾਂਸਿਸ ਜੁਲਾਈ ਵਿੱਚ ਕੈਨੇਡਾ ਦਾ ਦੌਰਾ ਕਰਨਗੇ। ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਪੌਪ ਕਿਹੜੀਆਂ ਥਾਵਾਂ ਉੱਪਰ ਜਾਣਗੇ। ਵੈਟੀਕਨ ਵੱਲੋਂ ਅੱਜ ਇਸ ਬਾਰੇ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੌਪ ਫ੍ਰਾਂਸਿਸ ਕੈਨੇਡਾ ਦੀ ਫੇਰੀ ਉੱਪਰ ਆਉਣਗੇ ਜੋ ਇੱਥੇ 24 ਜੁਲਾਈ ਤੋਂ 30 ਜੁਲਾਈ ਤੱਕ ਰਹਿਣ ਵਾਲੇ ਹਨ। ਪੌਪ ਦੀ ਇਸ ਫੇਰੀ ਦੌਰਾਨ ਉਹ ਐਡਮਿੰਟਨ, ਕਿਊਬਿਕ ਸਿਟੀ ਅਤੇ ਇਕੁਇਲਟ ਸ਼ਹਿਰ ਦਾ ਦੌਰਾ ਕਰਨਗੇ। ਉਹਨਾਂ ਦਾ ਆਖਰੀ ਸਮਾਗਮ 29 ਜੁਲਾਈ ਨੂੰ ਹੋਵੇਗਾ ਅਤੇ ਅਗਲਾ ਦਿਨ ਉਹਨਾਂ ਦੀ ਰਵਾਨਗੀ ਦਾ ਮੰਨਿਆ ਜਾਵੇਗਾ। ਹੁਣ ਇਸ ਬਾਰੇ ਸੋਰਸਿਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਉਹਨਾਂ ਵੱਲੋਂ ਕੁਝ ਡਿਟੇਲ ਸਾਂਝੀ ਕੀਤੀ ਗਈ। ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪ ਮੁਤਾਬਕ ਪੌਪ ਦੌਰੇ ਦੀਆਂ ਹੋਰ ਲੋਕੇਸ਼ਨ ਉਹਨਾਂ ਦੇ ਸਟੀਕ ਵੇਰਵੇ ਦੌਰੇ ਤੋਂ 6 ਤੋਂ 8 ਹਫ਼ਤੇ ਪਹਿਲਾਂ ਸਾਂਝੇ ਕੀਤੇ ਜਾਣਗੇ। ਦੱਸੀਏ ਕਿ ਐਡਮਿੰਟਨ ਤੋਂ 75 ਕਿਲੋਮੀਟਰ ਦੂਰ ਲੇਕ ਸੇਂਟ ਐਨ ਪਿਲਗ੍ਰਿਮੇਜ ਜੋ ਕਿ ਇਤਿਹਾਸਕ ਸਮਾਰਕ ਹੈ ਉੱਥੇ ਪੌਪ ਦੀ ਆਮਦ ਦੀਆਂ ਤਿਆਰੀਆਂ ਚੱਲ ਰਹੀਆਂ ਨੇ। 1 ਅਪ੍ਰੈਲ ਨੂੰ ਕੈਨੇਡਾ ਦੇ ਇੰਡੀਜੀਅਸ ਲੀਡਰ ਨਾਲ ਹੋਈ ਮੀਟਿੰਗ ਵਿੱਚ ਪੌਪ ਨੇ ਕੈਨੇਡਾ ਆਉਣ ਦਾ ਐਲਾਨ ਕੀਤਾ ਸੀ। ਇਸ ਮੀਟਿੰਗ ਦੌਰਾਨ ਪੌਪ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਰੋਮਨ ਕੈਥੋਲਿਕ ਚਰਚ ਦੇ ਕੁਝ ਮੈਂਬਰਾਂ ਵੱਲੋਂ ਕੀਤੇ ਗਏ ਅਫਸੋਸਜਨਕ ਦੁਰਵਿਵਹਾਰ ਵਾਸਤੇ ਇੰਡੀਜੀਅਸ ਕਮਿਊਨਿਟੀ ਤੋਂ ਮੁਆਫੀ ਵੀ ਮੰਗੀ ਸੀ। ਦੱਸੀਏ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪੌਪ ਦੀ ਸਿਹਤ ਕਾਰਨਾਂ ਕਰਕੇ ਅਗਲੇ ਹਫ਼ਤੇ ਲਈ ਤੈਅ ਕੀਤਾ ਗਿਆ ਲਬਨਾਨ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਹਫ਼ਤੇ ਜਗਮੀਤ ਸਿੰਘ ਤੇ ਨਫ਼ਰਤੀ ਹਮਲੇ ਦਾ ਮਾਮਲਾ ਸਾਹਮਣੇ ਆਇਆ। ਓਨਟਾਰੀਓ ਵਿੱਚ ਜਗਮੀਤ ਸਿੰਘ ਗਏ ਹੋਏ ਸਨ। ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਸਮੇਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਜਗਮੀਤ ਸਿੰਘ ਵੱਲੋਂ ਬੜੇ ਹੀ ਸਮਝਦਾਰੀ ਵਾਲੇ ਤਰੀਕੇ ਨਾਲ ਇਸ ਸਭ ਨੂੰ ਹੈਂਡਲ ਕੀਤਾ ਗਿਆ। ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਓਨਟਾਰੀਓ ਦੀਆਂ ਚੋਣਾਂ ਤੋਂ ਪਹਿਲਾਂ ਜਗਮੀਤ ਸਿੰਘ ਨੂੰ ਹਰਾਸ ਕੀਤਾ ਗਿਆ। ਦਰਅਸਲ ਓਨਟਾਰੀਓ ਇਲੈਕਸ਼ਨ ਕੈਂਪੇਨ ਸਟਾਪ ਦੌਰਾਨ ਐਨਡੀਪੀ ਲੀਡਰ ਜਗਮੀਤ ਸਿੰਘ ਨਾਲ ਇੱਕ ਘਟਨਾ ਵਾਪਰੀ ਜਿਸ ਬਾਰੇ ਉਹ ਖੁਦ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ। ਜਗਮੀਤ ਸਿੰਘ ਜਦੋਂ ਪੀਟਰਬਰਗ ਦੇ ਵਿੱਚ ਇੱਕ ਪ੍ਰੋਵਿੰਸ਼ੀਅਲ ਇਲੈਕਸ਼ਨ ਰੈਲੀ ਦੌਰਾਨ ਪਹੁੰਚੇ ਤਾਂ ਵਾਪਸੀ ਵੇਲੇ ਉਹਨਾਂ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਦਰਅਸਲ ਜਗਮੀਤ ਸਿੰਘ ਓਨਟਾਰੀਓ ਵਿੱਚ ਕੈਂਡੀਡੇਟ ਜੈਨ ਡੈਕ ਦੇ ਹੱਕ ਵਿੱਚ ਆਏ ਹੋਏ ਸਨ ਜੋ ਕਿ ਇੱਥੇ ਚੋਣਾਂ ਲੜ ਰਹੇ ਨੇ। ਜਿਸ ਵੇਲੇ ਜਗਮੀਤ ਸਿੰਘ ਐਸਯੂਵੀ ਵੱਲ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਟ੍ਰੇਟਰ ਕਿਹਾ। ਇਸ ਤੋਂ ਬਾਅਦ ਜਗਮੀਤ ਸਿੰਘ ਨੇ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਜਿਸ ਵਿੱਚ ਉਹ ਕਹਿੰਦੇ ਨੇ ਕਿ ਜੋ ਉਹਨਾਂ ਉੱਪਰ ਅਟੈਕ ਹੋਇਆ ਉਹ ਇੱਥੋਂ ਦੇ ਸਾਰੇ ਲੋਕਾਂ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਬਹੁਤ ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਉਹਨਾਂ ਕਿਹਾ ਕਿ ਮੈਂ ਬਹੁਤ ਵਾਰ ਅਲੱਗ-ਅਲੱਗ ਥਾਵਾਂ ਦੇ ਉੱਪਰ ਗਿਆ ਹਾਂ ਤੇ ਮੈਂ ਜਾਣਦਾ ਹਾਂ ਕਿ ਸਾਡੀ ਕਮਿਊਨਿਟੀ ਵਿੱਚ ਚੰਗੇ ਲੋਕ ਕਾਫੀ ਜ਼ਿਆਦਾ ਨੇ। ਪੀਟਰਸਬਰਗ ਪੁਲਿਸ ਵੱਲੋਂ ਵੀ ਇਸ ਘਟਨਾ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਿੱਥੇ ਉਹਨਾਂ ਵੱਲੋਂ ਇਸ ਨੂੰ ਗਲਤ ਦੱਸਿਆ ਗਿਆ। ਇਸ ਬਾਰੇ ਓਨਟਾਰੀਓ ਐਨਡੀਪੀ ਲੀਡਰ ਦਾ ਕਹਿਣਾ ਹੈ ਕਿ ਸਿੰਘ ਨੇ ਨਫ਼ਰਤ ਨੂੰ ਗ੍ਰੇਸ ਨਾਲ ਹੈਂਡਲ ਕੀਤਾ ਹੈ। ਇਸ ਬਾਰੇ ਉਹਨਾਂ ਨੇ ਟਵਿੱਟਰ ਉੱਪਰ ਇੱਕ ਪੋਸਟ ਵੀ ਸਾਂਝੀ ਕੀਤੀ। ਦੱਸ ਦਈਏ ਕਿ ਸਿਆਸਤਦਾਨਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਕੋਈ ਨਵੀਆਂ ਨਹੀਂ। ਚੋਣਾਂ ਤੋਂ ਪਹਿਲਾਂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਸੀ। ਫੈਡਰਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਛੋਟੀਆਂ-ਵੱਟੀਆਂ ਸੁੱਟਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਤਾਂ ਨਹੀਂ ਆਈ, ਪਰ ਸੋਸ਼ਲ ਮੀਡੀਆ ਉੱਪਰ ਵੀ ਲਗਾਤਾਰ ਇਸ ਨੂੰ ਲੈ ਕੇ ਕਾਫੀ ਵਾਰ ਚਰਚਾ ਹੋਈ ਤੇ ਹੁਣ ਤਾਜ਼ਾ ਮਾਮਲੇ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਹਨਾਂ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਇਸ ਸਭ ਨੂੰ ਹੈਂਡਲ ਕੀਤਾ, ਜਿਸ ਦੀ ਖੁਦ ਉਹਨਾਂ ਨੇ ਪੋਸਟ ਸੋਸ਼ਲ ਮੀਡੀਆ ਉੱਪਰ ਵੀ ਸਾਂਝੀ ਕੀਤੀ ਹੈ, ਜਿੱਥੇ ਆਪਣੇ ਵਿਚਾਰ ਦੱਸੇ ਗਏ। ਯੂਰਪ ਵੱਲੋਂ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਜਿੱਥੇ ਯਾਤਰੀਆਂ ਵਾਸਤੇ ਹੁਣ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ। ਪਹਿਲਾਂ ਯਾਤਰਾ ਸੰਬੰਧੀ ਹੋਰ ਵੀ ਪਾਬੰਦੀਆਂ ਖਤਮ ਕੀਤੀਆਂ ਗਈਆਂ ਤੇ ਹੁਣ ਮਾਸਕ ਬਾਰੇ ਵੀ ਰਾਹਤ ਦੇ ਦਿੱਤੀ ਗਈ ਹੈ। ਯੂਰਪੀਅਨ ਯੂਨੀਅਨ ਵੱਲੋਂ ਹੁਣ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ, ਜਿੱਥੇ ਯੂਰਪੀਅਨ ਯੂਨੀਅਨ ਦਾ ਕਹਿਣਾ ਹੈ ਕਿ 에ਅਰਪੋਰਟ ਉੱਪਰ ਯਾਤਰੀਆਂ ਨੂੰ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੀ ਸ਼ੁਰੂਆਤ ਅਗਲੇ ਹਫ਼ਤੇ ਤੋਂ ਹੋਣ ਜਾ ਰਹੀ ਹੈ, ਜਿੱਥੇ ਕੋਰੋਨਾ ਪਾਬੰਦੀਆਂ ਸੰਬੰਧੀ ਰਾਹਤ ਦੇਣ ਬਾਰੇ ਅਥਾਰਟੀਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਬਾਰੇ ਯੂਰਪੀਅਨ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਯੂਰਪੀਅਨ ਸੈਂਟਰ ਫਾਰ ਡਿਜ਼ੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ ਵੱਲੋਂ ਹੁਣ ਇੱਕ ਵੱਡਾ ਕਦਮ ਚੁੱਕਿਆ ਗਿਆ ਤਾਂ ਕਿ ਯਾਤਰੀਆਂ ਵਾਸਤੇ ਯਾਤਰਾ ਨੂੰ ਨਾਰਮਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦੇ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਅਜੇ ਵੀ ਯਾਤਰੀਆਂ ਵਾਸਤੇ ਮਾਸਕ ਲਾਜ਼ਮੀ ਕੀਤਾ ਗਿਆ ਹੈ। ਫੁੱਲੀ ਵੈਕਸੀਨੇਟਡ ਯਾਤਰੀਆਂ ਨੂੰ ਕੋਰੋਨਾ ਟੈਸਟ ਤੋਂ ਤਾਂ ਰਾਹਤ ਦੇ ਦਿੱਤੀ ਗਈ, ਪਰ ਸਰਕਾਰ ਦਾ ਕਹਿਣਾ ਹੈ ਕਿ ਅਜੇ ਯਾਤਰੀਆਂ ਵਾਸਤੇ ਮਾਸਕ ਪਾਉਣਾ ਜ਼ਰੂਰੀ ਹੈ। ਬੱਚਿਆਂ ਨੂੰ ਵੀ ਕੋਵਿਡ-19 ਵੈਕਸੀਨ ਸੰਬੰਧੀ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਸੀ, ਜੋ ਕਿ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ। ਦੱਸਣਯੋਗ ਹੈ ਕਿ ਕੋਰੋਨਾ ਪੈਂਡੇਮਿਕ ਕਾਰਨ ਵੱਖ-ਵੱਖ ਦੇਸ਼ਾਂ ਵੱਲੋਂ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ, ਉਹ ਹੁਣ ਲਗਭਗ ਸਾਰੇ ਦੇਸ਼ ਹੀ ਖਤਮ ਕਰ ਚੁੱਕੇ ਹਨ। ਯੂਰਪੀਅਨ ਯੂਨੀਅਨ ਵੱਲੋਂ ਵੀ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ, ਜਿੱਥੇ ਯਾਤਰਾ ਦੌਰਾਨ ਉਹਨਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ ਹੋਵੇਗਾ, ਪਰ ਜੇਕਰ ਕੋਈ ਵੀ ਆਪਣੇ ਤੌਰ ਤੇ ਇਹ ਮਾਸਕ ਪਾਉਣਾ ਚਾਹਵੇ ਤਾਂ ਉਹ ਪਾ ਸਕਦਾ ਹੈ। ਇਮੀਗ੍ਰੇਸ਼ਨ ਵਿਭਾਗ ਦਾ ਟਾਰਗੇਟ ਪੂਰਾ ਨਹੀਂ ਹੋ ਸਕਿਆ, 12,000 ਤੋਂ ਵੱਧ ਫਾਈਲਾਂ ਉੱਪਰ ਹੀ ਫੈਸਲਾ ਸੁਣਾਇਆ ਗਿਆ। ਦਰਅਸਲ ਅਫਗਾਨ ਰਿਫਿਊਜੀਆਂ ਦੇ ਸੰਬੰਧ ਵਿੱਚ ਜਿਹੜਾ ਟਾਰਗੇਟ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੈਅ ਕੀਤਾ ਗਿਆ ਸੀ, ਫਿਲਹਾਲ ਉਹ ਪੂਰਾ ਨਹੀਂ ਹੋ ਸਕਿਆ। ਕੈਨੇਡਾ ਸਰਕਾਰ ਵੱਲੋਂ ਟੀਚਾ ਤੈਅ ਕੀਤਾ ਗਿਆ ਸੀ ਕਿ ਕੈਨੇਡਾ ਵਿੱਚ 40,000 ਦੇ ਕਰੀਬ ਅਫਗਾਨ ਰਿਫਿਊਜੀਆਂ ਨੂੰ ਸ਼ਰਨ ਦਿੱਤੀ ਜਾਵੇਗੀ। ਤਾਜ਼ਾ ਜਾਣਕਾਰੀ ਮੁਤਾਬਕ ਇਸ ਵਿੱਚੋਂ ਸਿਰਫ 12,605 ਨੂੰ ਹੀ ਕੈਨੇਡਾ ਵਿੱਚ ਰੀਸੈਟਲ ਕੀਤਾ ਗਿਆ। ਦੱਸ ਦਈਏ ਕਿ ਦਸੰਬਰ ਮਹੀਨੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਟੀਚਾ ਤੈਅ ਕੀਤਾ ਗਿਆ ਹੈ ਕਿ 40,000 ਅਫਗਾਨ ਰਿਫਿਊਜੀਆਂ ਨੂੰ ਕੈਨੇਡਾ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਟਵਾ ਵੱਲੋਂ ਇੱਕ ਸਪੈਸ਼ਲ ਪ੍ਰੋਗਰਾਮ ਵੀ ਚਲਾਇਆ ਗਿਆ, ਜਿੱਥੇ ਉਹਨਾਂ ਵੱਲੋਂ ਕਈ ਅਫਗਾਨ ਰਿਫਿਊਜੀਆਂ ਦਾ ਸਵਾਗਤ ਕੀਤਾ ਜਾਣਾ ਸੀ। ਪ੍ਰੋਗਰਾਮ ਜ਼ਰੀਏ ਉਹਨਾਂ ਨੂੰ 15,000 ਅਰਜ਼ੀਆਂ ਮਿਲੀਆਂ। ਇਹਨਾਂ ਵਿੱਚੋਂ 6,230 ਇੱਥੇ ਪਹੁੰਚੇ। ਇਸ ਤੋਂ ਇਲਾਵਾ 6,375 ਹਿਊਮੈਨਿਟੇਰੀਅਨ ਪ੍ਰੋਗਰਾਮ ਦੇ ਰਾਹੀਂ ਇੱਥੇ ਦਾਖਲ ਹੋਏ ਨੇ। ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਕਿ ਸਰਕਾਰ ਵੱਲੋਂ ਜੋ ਟੀਚਾ ਤੈਅ ਕੀਤਾ ਗਿਆ ਸੀ, ਉਹ ਤਾਂ ਪੂਰਾ ਨਹੀਂ ਹੋ ਸਕਿਆ। ਉਸ ਨੂੰ ਪੂਰਾ ਕਰਨ ਦੇ ਲਈ ਅਜੇ ਲੱਗਦਾ ਹੈ ਕਿ ਕੁਝ ਸਮਾਂ ਲੱਗ ਸਕਦਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਜੋ 40,000 ਨੂੰ ਰੀਸੈਟਲ ਕਰਨ ਦਾ ਟਾਰਗੇਟ ਤੈਅ ਕੀਤਾ ਗਿਆ ਸੀ, ਉਸ ਵਿੱਚੋਂ ਕਿੰਨਿਆਂ ਨੂੰ ਅਜੇ ਤੱਕ ਰੀਸੈਟਲ ਕੀਤਾ ਗਿਆ ਹੈ। ਕੈਨੇਡਾ ਵਿੱਚ ਨੌਕਰੀਆਂ ਸੰਬੰਧੀ ਇਸ ਹਫ਼ਤੇ ਵਧੀਆ ਖਬਰ ਸਾਹਮਣੇ ਆਈ। ਬੇਰੁਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਹੇਠਾਂ ਆਈ ਤੇ ਵੱਖ-ਵੱਖ ਵਿਭਾਗਾਂ ਵਿੱਚ ਕਈ ਨਵੀਆਂ ਨੌਕਰੀਆਂ ਵੀ ਸ਼ਾਮਲ ਹੋਈਆਂ। ਕੈਨੇਡਾ ਤੋਂ ਨੌਕਰੀਆਂ ਬਾਰੇ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਅਪ੍ਰੈਲ ਮਹੀਨੇ ਦੌਰਾਨ ਕਈਆਂ ਨੂੰ ਨੌਕਰੀਆਂ ਮਿਲੀਆਂ। ਅਪ੍ਰੈਲ ਮਹੀਨੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਕੈਨੇਡਾ ਅੰਦਰ ਇਸ ਮਹੀਨੇ ਦੌਰਾਨ 15,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਤੇ ਪਹਿਲਾਂ ਦੇ ਮੁਕਾਬਲੇ ਬੇਰੁਜ਼ਗਾਰੀ ਦਰ ਵੀ ਹੇਠਾਂ ਆਈ ਹੈ। ਹੁਣ ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕੈਨੇਡਾ ਦੀ ਆਰਥਿਕਤਾ ਵਿੱਚ ਅਪ੍ਰੈਲ ਮਹੀਨੇ ਦੌਰਾਨ 15,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਇਸ ਤੋਂ 1 ਸਾਲ ਪਹਿਲਾਂ ਕੋਵਿਡ ਦੇ ਅਸਰ ਕਾਰਨ ਅਰਥਚਾਰੇ ਉੱਪਰ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਸੀ। ਕੋਰੋਨਾ ਵਾਇਰਸ ਕਾਰਨ ਕੈਨੇਡਾ ਦੀ ਆਰਥਿਕਤਾ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ। ਉਧਰ ਅਰਥ ਸ਼ਾਸਤਰੀਆਂ ਨੂੰ ਅਪ੍ਰੈਲ ਵਿੱਚ ਕਰੀਬ 40,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਸੀ, ਪਰ ਮੌਜੂਦਾ ਅੰਕੜੇ ਭਾਵੇਂ ਉਹਨਾਂ ਦੇ ਅਨੁਮਾਨ ਤੋਂ ਘੱਟ ਹਨ, ਪਰ ਦੇਸ਼ ਵਿੱਚ ਬੇਰੁਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਕੈਨੇਡਾ ਦੀ ਬੇਰੁਜ਼ਗਾਰੀ ਦਰ 5.3% ਦਰਜ ਕੀਤੀ ਗਈ ਸੀ, ਜੋ ਕਿ 1976 ਤੋਂ ਬਾਅਦ ਦਰਜ ਹੋਣ ਵਾਲੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਸੀ। ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕਾਫੀ ਸੂਬਿਆਂ ਵਿੱਚ ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ, ਪਰ ਕਿਊਬੈਕ ਵਿੱਚ 27,000 ਨੌਕਰੀਆਂ ਖਤਮ ਹੋਣ ਕਾਰਨ ਕੁੱਲ ਅੰਕੜਾ ਅਨੁਮਾਨ ਨਾਲੋਂ ਕਾਫੀ ਘੱਟ ਦਰਜ ਕੀਤਾ ਗਿਆ। ਦੱਸ ਦਈਏ ਕਿ ਚਾਹੇ ਜਿਹੜੇ ਨਵੇਂ ਅੰਕੜੇ ਸਾਹਮਣੇ ਆਏ ਉਹ ਦੱਸ ਰਹੇ ਨੇ ਕਿ ਪਹਿਲਾਂ ਦੇ ਮੁਕਾਬਲੇ ਨੌਕਰੀਆਂ ਵਿੱਚ ਵਾਧਾ ਹੋਇਆ, ਪਰ ਫੁੱਲ ਟਾਈਮ ਅਤੇ ਪਾਰਟ ਟਾਈਮ ਨੌਕਰੀਆਂ ਦੀ ਗਿਣਤੀ ਇਹਨਾਂ ਨਾਲੋਂ ਕੁਝ ਵੱਖਰੀ ਹੈ। ਆਰਥਿਕਤਾ ਵਿੱਚ 32,000 ਫੁੱਲ ਟਾਈਮ ਨੌਕਰੀਆਂ ਖਤਮ ਹੋਈਆਂ, ਜਦਕਿ 47,000 ਪਾਰਟ ਟਾਈਮ ਨੌਕਰੀਆਂ ਪੈਦਾ ਹੋਈਆਂ।
ਇਸ ਦੇ ਨਾਲ ਹੀ ਅਪ੍ਰੈਲ ਮਹੀਨਾ ਰੀਟੇਲ ਟ੍ਰੇਡ ਵਿੱਚ 22,000 ਅਤੇ ਕੰਸਟਰਕਸ਼ਨ ਵਿੱਚ 21,000 ਲੋਕਾਂ ਦੀਆਂ ਨੌਕਰੀਆਂ ਖਤਮ ਹੋਈਆਂ ਨੇ। ਧਿਆਨ ਦੇਣ ਯੋਗ ਗੱਲ ਹੈ ਕਿ ਨਵੇਂ ਅੰਕੜਿਆਂ ਮੁਤਾਬਕ ਕੁੱਲ ਕੰਮ ਕਰਨ ਵਾਲਿਆਂ ਵਿੱਚੋਂ $20 ਪ੍ਰਤੀ ਘੰਟੇ ਤੋਂ ਤਨਖਾਹ ਕਮਾਉਣ ਵਾਲੇ ਕਰਮਚਾਰੀਆਂ ਦੀ ਗਿਣਤੀ 25.9% ਦਰਜ ਕੀਤੀ ਗਈ ਹੈ। ਅਪ੍ਰੈਲ 2019 ਵਿੱਚ ਇਹ 35.3% ਦਰਜ ਕੀਤੀ ਗਈ ਸੀ। ਦੂਸਰੇ ਪਾਸੇ $40 ਪ੍ਰਤੀ ਘੰਟੇ ਤੋਂ ਵੱਧ ਦੇ ਕੰਮ ਕਰਨ ਵਾਲੇ ਵਰਕਰਸ ਇਸ ਸਮੇਂ 24.5% ਦੱਸੇ ਜਾ ਰਹੇ ਨੇ। 3 ਸਾਲ ਪਹਿਲਾਂ ਇਹਨਾਂ ਕੰਮ ਕਰਨ ਵਾਲਿਆਂ ਦੀ ਗਿਣਤੀ 18% ਦੱਸੀ ਗਈ। ਇਸ ਹਫਤੇ ਕੈਨੇਡਾ ਤੋਂ ਨੌਕਰੀਆਂ ਬਾਰੇ ਚੰਗੀ ਖਬਰ ਸਾਹਮਣੇ ਆਈ, ਜਿੱਥੇ ਸਟੈਟਿਸਟਿਕਸ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਕਈ ਨਵੀਆਂ ਨੌਕਰੀਆਂ ਆਰਥਿਕਤਾ ਵਿੱਚ ਸ਼ਾਮਲ ਹੋਈਆਂ। ਇਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਕੀ ਹੈ ਇਸ ਬਾਰੇ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਤੋਂ ਬੇਰੁਜ਼ਗਾਰੀ ਬਾਰੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਬੇਰੁਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਹੇਠਾਂ ਆ ਗਈ। ਦੱਸਿਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ ਦਰ ਹੁਣ 5.2% ਉੱਪਰ ਪਹੁੰਚ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਿਹੜੇ ਅੰਕੜੇ ਪੇਸ਼ ਕੀਤੇ ਗਏ ਉਹਨਾਂ ਨੂੰ ਵਧੀਆ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ, ਕਿਉਂਕਿ ਕਾਫੀ ਸਮੇਂ ਤੋਂ ਜਿਹੜੀ ਬੇਰੁਜ਼ਗਾਰੀ ਦਰ ਵਿੱਚ ਗਿਰਾਵਟ ਆ ਰਹੀ ਸੀ ਉਸ ਨਾਲੋਂ ਕਿਤੇ ਜ਼ਿਆਦਾ ਗਿਰਾਵਟ ਇਸ ਵਾਰ ਦਰਜ ਕੀਤੀ ਗਈ ਹੈ। ਅਪ੍ਰੈਲ ਮਹੀਨੇ ਦੌਰਾਨ ਇਸ ਵਿੱਚ 5.2% ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਪਹਿਲਾਂ ਮਾਰਚ ਮਹੀਨੇ ਵਿੱਚ ਇਹ ਅੰਕੜਾ 5.2% ਦਾ ਦੱਸਿਆ ਗਿਆ ਸੀ। ਦੱਸਿਆ ਗਿਆ ਹੈ ਕਿ 25 ਸਾਲ ਤੋਂ 54 ਸਾਲ ਵਾਲਿਆਂ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰਜ ਸਾਹਮਣੇ ਆਈ ਹੈ, ਜਿਸ ਦਾ ਅੰਕੜਾ 4.2% ਦਾ ਸਾਂਝਾ ਕੀਤਾ ਗਿਆ ਹੈ। 1976 ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 5.5% ਤੇ ਪਹੁੰਚ ਗਈ, ਜੋ ਕਿ ਮਾਰਚ ਮਹੀਨੇ 5.8% ਸੀ। ਇਸ ਤੋਂ ਇਲਾਵਾ ਸਟੈਟਿਸਟਿਕਸ ਕੈਨੇਡਾ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਹਿਲਾਂ ਦੇ ਮੁਕਾਬਲੇ ਆਰਥਿਕਤਾ ਵਿੱਚ ਕਈ ਨੌਕਰੀਆਂ ਸ਼ਾਮਿਲ ਹੋਈਆਂ ਨੇ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਕਈ ਸੈਕਟਰਸ ਅਜਿਹੇ ਨੇ ਜਿੱਥੇ ਕਾਮਿਆਂ ਦੀ ਘਾਟ ਨਜ਼ਰ ਆ ਰਹੀ ਹੈ। ਇਹਨਾਂ ਨੂੰ ਪੂਰਾ ਕਰਨ ਵਾਸਤੇ ਲਗਾਤਾਰ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ। ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਰੂਲਸ ਵਿੱਚ ਵੀ ਫੈਡਰਲ ਸਰਕਾਰ ਵੱਲੋਂ ਰਾਹਤ ਦਾ ਐਲਾਨ ਕੀਤਾ ਗਿਆ ਸੀ। ਪਿਛਲੇ ਦਿਨੀ ਅਲਬਰਟਾ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇਸ ਪ੍ਰੋਗਰਾਮ ਉੱਪਰ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਤਾਂ ਕਿ ਜੋ ਸੂਬੇ ਵਿੱਚ ਲੇਬਰ ਦੀ ਘਾਟ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟੀਆਰ 2 ਪੀਆਰ ਪ੍ਰੋਗਰਾਮ ਬਾਰੇ ਜਾਣਕਾਰੀ। 40,000 ਤੋਂ ਵੱਧ ਅਰਜ਼ੀਆਂ ਪ੍ਰੋਸੈਸਿੰਗ ਅਧੀਨ। 2 ਮਿਲੀਅਨ ਤੋਂ ਵੱਧ ਲੋਕਾਂ ਨੂੰ ਫਾਈਲਾਂ ਦੇ ਫੈਸਲੇ ਦਾ ਇੰਤਜ਼ਾਰ। ਫਾਈਲਾਂ ਦੇ ਬੈਕਲੌਗ ਵਿੱਚ ਹੋਇਆ ਵਾਧਾ। ਯੂਐਸ ਤੋਂ ਕੈਨੇਡਾ ਆ ਰਹੇ ਸ਼ਰਨਾਰਥੀ ਕਿਊਬੈਕ ਸਰਕਾਰ ਨੂੰ ਪਈ ਚਿੰਤਾ। 에ਅਰਪੋਰਟ ਤੇ ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ। ਟਰਾਂਸਪੋਰਟ ਮੰਤਰੀ ਨੇ ਦਿੱਤਾ ਬਿਆਨ। ਇਮੀਗ੍ਰੇਸ਼ਨ ਵਿੱਚ ਦੇਰੀ ਦਾ ਕਾਰਨ ਆਇਆ ਸਾਹਮਣੇ। ਜਾਣੋ ਕਿਉਂ ਨਹੀਂ ਲੱਗ ਰਿਹਾ ਛੇਤੀ ਵੀਜ਼ਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।